ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸੁੱਧ ਸਿੰਘ ਜੀ ਰਾਗੀ ਦੀ ਜੀਵਨੀ ਆਪ ਜੀ ਨੂੰ ਪੜ੍ਹ ਕੇ ਸੁਣਾ ਰਹੇ ਹਾਂ, ਜਿਸ ਵਿੱਚ ਉਹਨਾਂ ਨੇ ਆਪ ਹੀ ਆਪਣੀ ਮੁਲਾਕਾਤ ਭਾਈ ਵੀਰ ਸਿੰਘ ਜੀ ਨਾਲ ਜੋ ਹੋਈ ਸੀ ਉਹ ਦਰਸਾਈ ਹੈ। ਬੜੀ ਦਿਲਚਸਪ ਹੈ ਤੇ ਸਿੱਖਿਆਦਾਇਕ ਹੈ, ਤੇ ਨਾਲ ਹੀ ਸਾਨੂੰ ਇਸ ਗੱਲ ਦਾ ਵੀ ਪਤਾ ਲੱਗੇਗਾ ਕਿ ਜਿਹੜੇ ਸੱਚੇ ਰਾਗੀ ਆਉਂਦੇ ਹਨ, ਗੁਰੂ ਦੇ ਢਾਡੀ, ਉਹ ਕਿਤਨੀ ਨਿਮਰਤਾ ਵਿੱਚ ਆਉਂਦੇ ਹਨ ਤੇ ਕਿਵੇਂ ਸੰਗਤਾਂ ਕੋਲੋਂ ਬਖਸ਼ੀ ਸ਼ਬਦ ਭੇਟਾ ਆਪਣੇ ਗੁਜ਼ਰਾਨ ਤੋਂ ਇਲਾਵਾ ਉਹ ਪੰਥਕ ਕਾਰਜਾਂ ਵਿੱਚ ਵੀ ਖਰਚ ਕਰਦੇ ਹਨ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਭਾਈ ਸੁੱਧ ਸਿੰਘ ਜੀ ਰਾਗੀ ਪੰਥ ਦੇ ਨਿਰਮਾਣ ਸੇਵਕ, ਆਤਮ ਰਸੀਏ, ਕੁਰਬਾਨੀ ਦੇ ਪੁੰਜ, ਫਕੀਰ ਤਬੇ, ਗੁਰੂ ਪ੍ਰੇਮ ਵਿੱਚ ਭਿੰਨੇ, ਰਸਾਲ ਕੀਰਤਨੀਏ ਤੇ ਮਧੁਰ ਵਿਆਖਿਆਕਾਰ ਭਾਈ ਸੁੱਧ ਸਿੰਘ ਜੀ ਲਗਭਗ 70 ਬਰਸ ਗੁਰੂ ਬਾਣੀ ਦਾ ਮਨੋਹਰ ਕੀਰਤਨ ਪੰਥ ਵਿੱਚ ਸੰਗਤਾਂ ਨੂੰ ਸੁਣਾ ਗਏ ਹਨ। ਆਪ ਦਾ ਜਨਮ 1882 ਈਸਵੀ ਦੇ ਅਨਮਾਨ ਜੱਬੀ ਤਹਿਸੀਲ ਖੁਸ਼ਾਬ ਜ਼ਿਲ੍ਹਾ ਸ਼ਾਹਪੁਰ ਵਿੱਚ ਭਾਈ ਮੰਗਲ ਸਿੰਘ ਜੀ ਦੇ ਗ੍ਰਹਿ ਹੋਇਆ ਸੀ। ਉਹਨਾਂ ਦੇ 5 ਸਪੁੱਤਰਾਂ ਵਿੱਚੋਂ ਆਪ ਸਭ ਤੋਂ ਛੋਟੇ ਸਨ। ਵੱਡੇ ਸਨ ਭਾਈ ਬੇਅੰਤ ਸਿੰਘ, ਭਾਈ ਪ੍ਰਧਾਨ ਸਿੰਘ ਜੀ ਦੇ ਪਿਤਾ, ਦੂਜੇ ਬਾਬਾ ਗੁਲਾਬ ਦਾਸ, ਤੀਜੇ ਬਾਬਾ ਨਿਰਮਲ ਦਾਸ। ਦੋਨੋਂ ਉਦਾਸੀ ਸੰਤ ਹੋਏ। ਸੰਤ ਬਾਬਾ ਲਛਮਣ ਦਾਸ ਜੱਬੀ ਵਾਲਿਆਂ ਨੇ ਭਾਈ ਮੰਗਲ ਸਿੰਘ ਜੀ ਤੋਂ ਮੰਗ ਲਏ ਸਨ। ਚੌਥੇ ਭਾਈ ਤਖਤ ਸਿੰਘ ਤੇ ਪੰਜਵੇਂ ਭਾਈ ਸੁੱਧ ਸਿੰਘ। ਭਾਈ ਸੁੱਧ ਸਿੰਘ ਜੀ ਦੀ ਵਿਦਿਆ ਪ੍ਰਾਪਤੀ ਲਈ ਬਚਪਨ ਵਿੱਚ ਹੀ ਇਹਨਾਂ ਨੂੰ ਭਾਈ ਗੁਰਦਿੱਤ ਸਿੰਘ ਜੀ ਭਾਈ ਮੰਗਲ ਸਿੰਘ ਜੀ ਤੋਂ ਆਗਿਆ ਲੈ ਕੇ ਕੁਹਾਟ ਲੈ ਗਏ ਸਨ, ਜਿੱਥੇ ਇਹਨਾਂ ਨੇ ਵਿਦਿਆ ਪਾਈ ਤੇ ਸ੍ਰੀ ਗੁਰੂ ਸਿੰਘ ਸਭਾ ਦੇ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ। 1.5 ਸਾਲ ਗੁਰਬਾਣੀ ਮੁਤਾਲਿਆ ਪਿੱਛੋਂ ਘਰ ਆ ਗਏ। ਫਿਰ ਜੱਬੀ ਦੇ ਡਾਕਟਰ ਮਹਾਂ ਸਿੰਘ, ਜੋ ਗੁਜਰਾਂਵਾਲੇ ਪ੍ਰੈਕਟਿਸ ਕੀਤਾ ਕਰਦੇ ਸਨ, ਭਾਈ ਸੁੱਧ ਸਿੰਘ ਜੀ ਨੂੰ ਗੁਜਰਾਂਵਾਲੇ ਲੈ ਆਏ ਤੇ ਨਵੇਂ ਜਾਰੀ ਕੀਤੇ ਉਪਦੇਸ਼ਕ ਸਕੂਲ ਵਿੱਚ ਪਹਿਲਾ ਵਿਦਿਆਰਥੀ ਦਾਖਲ ਕਰਾਇਆ। ਇਹ 1901 ਦੀ ਗੱਲ ਹੈ। ਪਹਿਲੇ ਪੜ੍ਹਦੇ, ਫਿਰ ਪੜ੍ਹਾਉਂਦੇ ਵੀ ਰਹੇ ਤੇ ਕੀਰਤਨ ਸਿੱਖਦੇ ਰਹੇ। ਭਾਈ ਭਾਗ ਸਿੰਘ, ਹੀਰਾ ਸਿੰਘ ਦਾ ਜਥਾ ਆਉਂਦਾ ਜਾਂਦਾ ਰਹਿੰਦਾ ਸੀ, ਜਿਨ੍ਹਾਂ ਤੋਂ ਵੀ ਕੀਰਤਨ ਕੁਝ ਸਿੱਖਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੀ ਸੂਝ ਗਿਆਨੀ ਬਿਬੇਕਾ ਸਿੰਘ ਜੀ ਤੋਂ ਪ੍ਰਾਪਤ ਕੀਤੀ, ਜੋ ਇਸ ਆਸ਼ਰਮ ਵਿੱਚ ਕਥਾ ਕੀਤਾ ਕਰਦੇ ਸਨ। 17 ਸਾਲ ਦੀ ਉਮਰ ਵਿੱਚ ਆਪ ਦਾ ਵਿਆਹ ਬੀਬੀ ਸਤਵੰਤ ਕੌਰ ਜੀ ਨਾਲ ਹੋ ਗਿਆ ਸੀ। ਸੰਤ ਸੁੰਦਰ ਸਿੰਘ ਜੀ ਗੁਜਰਾਂਵਾਲੀਏ ਵੀ ਇਸ ਆਸ਼ਰਮ ਵਿੱਚ ਆਪ ਪ੍ਰਚਾਰ ਭਾਸ਼ਣ ਆਦਿ ਕਰ ਜਾਂਦੇ ਹੁੰਦੇ ਸਨ। ਇੱਥੇ ਹੀ ਰਹਿੰਦਿਆਂ ਆਪ ਦੀ ਹੋਣਹਾਰਤਾ ਨੇ ਆਪ ਨੂੰ ਸਕੂਲ ਦੀ ਕਮੇਟੀ ਵਿੱਚ ਵੀ ਮੈਂਬਰ ਬਣਾ ਲਿਆ ਸੀ ਤੇ ਅੰਮ੍ਰਿਤਸਰ ਪ੍ਰਚਾਰਕ ਜਥਾ ਵੀ ਇੱਕ ਦਿਨ ਬਣਿਆ ਤੇ ਉਸ ਦੇ 5 ਪਿਆਰਿਆਂ ਵਿੱਚ ਵੀ ਆਪ ਸ਼ਾਮਲ ਸਨ। ਇੱਥੇ ਹੀ ਕਮੇਟੀ ਨੇ ਇੱਕ ਯਤੀਮਖਾਨਾ ਵੀ ਖੋਲ੍ਹ ਦਿੱਤਾ। ਸਕੂਲ ਅਤੇ ਯਤੀਮਖਾਨੇ ਲਈ ਖਰਚੇ ਦੀ ਲੋੜ ਪਈ ਤਾਂ ਕਮੇਟੀ ਨੇ ਚੋਖੀ ਵਿਚਾਰ ਪਿੱਛੋਂ ਫੈਸਲਾ ਕੀਤਾ ਕਿ ਭਾਈ ਲਾਲ ਸਿੰਘ ਜੀ ਪ੍ਰਚਾਰਕ ਤੇ ਭਾਈ ਸੁੱਧ ਸਿੰਘ ਜੀ ਦੋਵੇਂ ਪਰਦੇਸਾਂ ਨੂੰ ਜਾਣ ਤੇ ਉੱਥੋਂ 5000 ਰੁਪਇਆ ਉਗਰਾ ਕੇ ਮੁੜਨ। ਉਸ ਵਕਤ 5000 ਰੁਪਇਆ ਕਿੱਡੀ ਵੱਡੀ ਰਕਮ ਸੀ, ਅੱਜ ਅੰਦਾਜ਼ਾ ਲਗਾਉਣਾ ਔਖਾ ਹੈ। ਤੇ ਫਿਰ ਪ੍ਰਣ ਕਰਕੇ ਟੁਰਨਾ ਤੇ ਅਰਦਾਸਾ ਸੋਚ ਕੇ ਟੁਰਨਾ ਬੜੀ ਬਿਖਮ ਘਾਟੀ ਸੀ, ਪਰ ਦੋਹਾਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ। ਸੰਨ ਸ਼ਾਇਦ 1904 ਸੀ, ਅੱਸੂ ਦੇ ਮਹੀਨੇ। ਦੋਨੋਂ ਬਿਨਾਂ ਕੋਈ ਖਰਚਾ ਪੱਲੇ ਬੰਨੇ ਦੇ ਪਰਦੇਸਾਂ ਨੂੰ ਟੁਰ ਪਏ। ਕਲਕੱਤੇ ਵੱਡੀ ਸੰਗਤ ਵਿੱਚ ਜਾ ਡੇਰਾ ਕੀਤਾ। ਕੀਰਤਨ ਪ੍ਰਚਾਰ ਹੋਇਆ ਤੇ ਉੱਥੋਂ ਦੇ ਪ੍ਰੇਮੀਆਂ ਤੋਂ ਜਹਾਜ਼ ਦੇ ਟਿਕਟ ਲੈ ਕੇ ਹਾਂਗਕਾਂਗ ਪਹੁੰਚੇ। ਮਲਾਇਆ, ਹਾਂਗਕਾਂਗ, ਕੁਆਲਾਲੰਪੁਰ, ਸਿੰਗਾਪੁਰ, ਚੀਨ ਆਦਿ ਵਿੱਚ ਚੱਕਰ ਲਗਾ ਕੇ ਕਥਾ ਕੀਰਤਨ ਦੀ ਧੁਨੀ ਗਜਾਉਂਦੇ, ਉਗਰਾਹੀ ਕਰਦੇ ਭੇਜਦੇ ਰਹੇ। 1.5 ਸਾਲ ਵਿੱਚ ਪ੍ਰਣ ਪੂਰਾ ਹੋਇਆ ਤਾਂ ਵਾਪਸ ਮੁੜੇ। ਅੰਮ੍ਰਿਤਸਰ ਪਹੁੰਚੇ, ਗੁਰੂ ਦਰਬਾਰ ਦੇ ਦਰਸ਼ਨ ਕੀਤੇ। ਭਾਈ ਲਾਲ ਸਿੰਘ ਜੀ ਤਾਂ ਗੁਜਰਾਂਵਾਲੇ ਚਲੇ ਗਏ, ਪਰ ਭਾਈ ਸੁੱਧ ਸਿੰਘ ਜੀ ਜੱਬੀ ਜਾਣ ਦੀ ਥਾਵੇਂ ਅੰਮ੍ਰਿਤਸਰ ਹੀ ਟਿਕ ਗਏ, ਕਿਸੇ ਖਾਸ ਖਿੱਚ ਵਿੱਚ। ਉਹ ਕੀ ਸੀ? ਚੀਨ ਦੇ ਦੌਰੇ ਵੇਲੇ ਰਾਣਾ ਸੂਰਤ ਸਿੰਘ ਦਾ ਕੋਈ ਟਰੈਕਟ ਉੱਥੋਂ ਦੇ ਕਿਸੇ ਪ੍ਰੇਮੀ ਨੂੰ ਗਿਆ, ਆਪ ਨੂੰ ਮਿਲਿਆ, ਪੜ੍ਹ ਕੇ ਬਾਗ ਹੋ ਗਏ। ਆਪ ਲਿਖਦੇ ਹਨ, ਮੈਂ ਭਾਈ ਲਾਲ ਸਿੰਘ ਨਾਲ ਚੀਨ ਦਾ ਦੌਰਾ ਕੀਤਾ ਤੇ ਕਰੀਬਨ 1.5 ਸਾਲ ਉੱਧਰ ਲਾ ਕੇ ਆਇਆ। ਤਦੋਂ ਰਾਣਾ ਸੂਰਤ ਸਿੰਘ ਟਰੈਕਟਾਂ ਵਿੱਚ ਛਪਦਾ ਸੀ ਤੇ ਟਾਪੂਆਂ ਵਿੱਚ ਸਿੱਖ ਸਰਦਾਰਾਂ ਦੇ ਘਰਾਂ ਵਿੱਚ ਜਾਂਦਾ ਸੀ। ਮੈਨੂੰ ਉਸ ਦੇ ਉੱਥੇ ਪੜ੍ਹਨ ਦਾ ਮੌਕਾ ਮਿਲਿਆ। ਆਪੂ ਪੜ੍ਹਾਂ
ਰਸ ਮਾਣਾ ਤੇ ਗਣੂੰਦ ਹੋ ਜਾਵਾਂ ਤੇ ਲੋਕਾਂ ਨੂੰ ਵੀ ਸੁਣਾਵਾਂ ਤਾਂ ਸੁਣਨ ਵਾਲੇ ਵੀ ਸਰੂਰ ਵਿੱਚ ਆ ਜਾਵਣ। ਮੈਂ ਦਿਲ ਵਿੱਚ ਆਖਾਂ ਉੱਡ ਕੇ ਅੰਮ੍ਰਿਤਸਰ ਜਾਵਾਂ, ਉਸ ਸੋਹਣੇ ਦੇ ਹਸਤ ਕਮਲਾਂ ਨੂੰ ਜਾ ਚੁੰਮਾਂ ਜਿਨ੍ਹਾਂ ਨੇ ਇਹ ਲਿਖਿਆ ਤੇ ਅਚਰਜ ਅਨੂਠੀ ਘਾੜਤ ਘੜੀ ਹੈ ਤੇ ਇੱਕ ਅਦੁੱਤੀ ਰਾਗ ਜੋਗੀ ਦੀ ਜਿਉਂਦੀ ਜਾਗਦੀ ਸਾਖਿਆਤ ਅਮੂਰਤ ਮੂਰਤ ਚਿਤਰਤ ਕਰ ਦਿੱਤੀ ਹੈ। ਕਿੰਨੀ ਮਿੱਠੀ ਪੰਜਾਬੀ, ਕਿੱਡਾ ਗੁਰਸਿੱਖੀ ਚਾਨਣ, ਕਿੱਡਾ ਸਤਿਗੁਰਾਂ ਪਰ ਸਿਦਕ, ਅਦਬ, ਭੈ, ਨਿਰਮਲ ਭੈ ਵਾਲੇ ਸਿੰਘ ਸਰਦਾਰ ਦਾ ਗੁਰੂ ਚਰਨਾਂ ਦੇ ਨਾਲ ਅਨੁਰਾਗੀ ਵਿਦੇਹ ਮੂਰਤ ਰੱਬੀ ਸਿਮਰਨ ਵਾਲਾ ਦੀਦਾਰ ਹੈ। ਧਨ ਹੈ ਕਲਮ ਤੇ ਧਨ ਦਵਾਤ ਜੋ ਅੰਮ੍ਰਿਤ ਚਾਨਣਾ ਦੇ ਰਹੀ ਹੈ ਤੇ ਸਦਾ ਦਿੰਦੀ ਰਹੇ। ਭਾਈ ਲਾਲ ਸਿੰਘ ਵੀ ਆਖੇ, ਸ੍ਰੀ ਖੰਡੀ ਛੰਦ ਨਵੀਂ ਕਾਵਿ ਰਚਨਾ ਹੈ। ਭਾਵੇਂ ਕਾਫੀਆ ਤੁਕਾਂਤ ਨਹੀਂ ਮਿਲਦਾ, ਪਰ ਪ੍ਰਸੰਗ ਵਿਸ਼ਾ ਸੋਹਣਾ ਕਰਮਬੱਧ ਲੜੀ ਪਰੋਤਵਾਂ ਟੁਰਿਆ ਜਾਂਦਾ ਹੈ। ਲਿਖਣ ਵਾਲਾ ਕੌਣ ਹੈ? ਟਰੈਕ ਤੇ ਕੋਈ ਨਾਮ ਨਹੀਂ ਸੀ, ਪਰ ਵਜ਼ੀਰ ਹਿੰਦ ਪ੍ਰੈਸ ਅੰਮ੍ਰਿਤਸਰ ਦਾ ਪਤਾ ਜ਼ਰੂਰ ਛਪਿਆ ਸੀ। ਜਦੋਂ ਅਸੀਂ ਪੰਜਾਬ ਆਏ ਤਾਂ ਮਿੱਠੀ ਰੁੱਤ ਸੀ। ਭਾਈ ਲਾਲ ਸਿੰਘ ਤਾਂ ਗੁਜਰਾਂਵਾਲੇ ਚਲੇ ਗਏ, ਪਰ ਮੈਂ ਅੰਮ੍ਰਿਤਸਰ ਅਟਕ ਗਿਆ ਤੇ ਘਰ ਚਿੱਠੀਆਂ ਲਿਖ ਦਿੱਤੀਆਂ ਕਿ ਮੈਂ ਕੁਝ ਦਿਨ ਇੱਥੇ ਅਟਕ ਗਿਆ ਹਾਂ, ਪਰ ਛੇਤੀ ਆ ਜਾਵਾਂਗਾ। ਚਿੱਤ ਵਿੱਚ ਇਹ ਸੀ ਕਿ ਜਿਸ ਨੇ ਰਾਣਾ ਸੂਰਤ ਸਿੰਘ ਲਿਖਿਆ ਹੈ, ਪਹਿਲੇ ਉਸਦੇ ਦਰਸ਼ਨ ਕਰਨੇ ਹਨ, ਫਿਰ ਘਰ ਨੂੰ ਜਾਣਾ ਹੈ। ਡੇਰਾ ਯਤੀਮਖਾਨੇ ਕੀਤਾ ਜੋ ਥੋੜੇ ਚਿਰ ਦਾ ਚਾਲੂ ਹੋਇਆ ਸੀ। ਇਹ ਯਤੀਮਖਾਨਾ ਤਦੋਂ ਫਿਰੋਜ਼ਦੀਨ ਰੋਡ ਪਰ ਸੀ। ਇਸ ਦੇ ਸੁਪਰੀਡੈਂਟ ਸਨ ਭਾਈ ਸੋਹਣ ਸਿੰਘ ਜੀ ਰਾਹੀ, ਜੋ ਸਾਡੇ ਇਲਾਕੇ ਦੇ ਸਨ ਤੇ ਸਾਡਾ ਇਹਨਾਂ ਨਾਲ ਗੁਜਰਾਂਵਾਲੇ ਆਉਣ ਜਾਣ ਕਾਰਨ ਚੰਗਾ ਮੇਲ ਮਿਲਾਪ ਸੀ। ਅਸੀਂ ਤਾਂ ਆਮ ਤੌਰ ਤੇ ਪ੍ਰਚਾਰ ਦੌਰਿਆਂ ਦੇ ਅੰਦਰ ਬਾਹਰ ਟੁਰੇ ਰਹਿੰਦੇ ਸਾਂ ਤੇ ਭਾਈ ਸੋਹਣ ਸਿੰਘ ਜੀ ਸਾਨੂੰ ਖਾਲਸਾ ਟਰੈਕਟ ਸੁਸਾਇਟੀ ਦੇ ਟਰੈਕਟ ਭੇਜਦੇ ਰਹਿੰਦੇ ਸਨ। ਮੈਂ ਭਾਈ ਸੋਹਣ ਸਿੰਘ ਜੀ ਨੂੰ ਦੂਜੇ ਦਿਨ ਪੁੱਛਿਆ ਕਿ ਰਾਣਾ ਸੂਰਤ ਸਿੰਘ ਲਿਖਣ ਵਾਲੇ ਲਿਖਾਰੀ ਕੌਣ ਹਨ? ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਉਹ ਸੁਣ ਕੇ ਚੁੱਪ ਕਰ ਗਏ ਤੇ ਅੰਤਰਮੁਖ ਹੋ ਗਏ। ਮੈਂ ਫੇਰ ਬੇਨਤੀ ਕੀਤੀ, ਰਾਹੀ ਜੀਓ, ਤੁਹਾਨੂੰ ਤਾਂ ਪਤਾ ਹੋਵੇਗਾ, ਦੱਸ ਦਿਓ। ਤਾਂ ਉਹ ਸਤਿਕਾਰ ਵਿੱਚ ਹੋ ਕੇ ਕਹਿਣ ਲੱਗੇ, ਮਾਨਯੋਗ ਮਾਲਕ ਮਹਾਨ ਹਸਤੀਆਂ ਦਾ ਅਦਨਾ ਸੇਵਕ ਨਾਮ ਨਹੀਂ ਲਿਆ ਕਰਦੇ, ਪਰ ਜੇ ਆਪ ਦੀ ਚਾਹਨਾ ਹੈ ਤਾਂ ਸ਼ਾਇਦ ਆਪ ਜੀ ਨੂੰ ਅੱਜ ਇੱਥੇ ਹੀ ਦਰਸ਼ਨ ਹੋ ਜਾਣਗੇ। ਮੈਂ ਕਿਹਾ, ਧੰਨ ਭਾਗ, ਮੇਰਾ ਠਹਿਰਨਾ ਸਫਲ ਹੋ ਜਾਸੀ। ਸ਼ਾਮ ਦੇ 4 ਵਜੇ 34-35 ਬਰਸ ਦੇ ਵਰੇਸ ਦੇ ਨੌਜਵਾਨ ਸਾਈਕਲ ਉੱਤੇ ਚੜ੍ਹੇ ਪਹੁੰਚ ਗਏ। ਭਾਈ ਸੋਹਣ ਸਿੰਘ ਜੀ ਨੇ ਆਪਣੀ ਕੁਰਸੀ ਤੋਂ ਉੱਠ ਕੇ ਹੱਥ ਜੋੜ ਮੇਜ਼ ਤੋਂ ਹੀ ਸੀਸ ਝੁਕਾ ਫਤਿਹ ਬੁਲਾ ਦਿੱਤੀ ਤੇ ਇਸੇ ਤਰ੍ਹਾਂ ਮੈਂ ਵੀ ਉੱਠ ਕੇ ਫਤਿਹ ਗਜਾਈ। ਮੈਨੂੰ ਕੁਝ ਸ਼ੱਕ ਤਾਂ ਹੋਇਆ, ਪਰ ਨਿਰਸੰਸ਼ੇ ਨਹੀਂ ਸਾਂ ਕਿ ਇਹੋ ਹਸਤੀ ਹੀ ਰਾਣਾ ਸੂਰਤ ਸਿੰਘ ਦੇ ਲੇਖਕ ਹਨ। ਉਹਨਾਂ ਨੇ ਯਤੀਮਖਾਨੇ ਸੰਬੰਧੀ ਕੁਝ ਗੱਲਾਂ ਬਾਤਾਂ ਰਾਹੀਂ ਜੀ ਨਾਲ ਕੀਤੀਆਂ ਤੇ ਫਿਰ ਬਿਨਾਂ ਕਿਸੇ ਜਾਣ ਪਛਾਣ ਕਰਾਈ ਦੇ ਮੇਰੇ ਵੱਲ ਤੱਕੇ ਤੇ ਕਹਿਣ ਲੱਗੇ, ਸੁਣਾਓ ਭਾਈ ਸੁੱਧ ਸਿੰਘ ਜੀ, ਤੁਸੀਂ ਚੀਨ ਨੂੰ ਗਏ ਸੀ, ਕਦੋਂ ਆਏ ਹੋ? ਮੈਂ ਸਮਝ ਗਿਆ ਕਿ ਉਹੀ ਬਾਖਬਰ ਹਸਤੀ ਹਨ। ਮੈਂ ਯਥਾਯੋਗ ਉੱਤਰ ਦਿੱਤਾ। ਫਿਰ ਹੱਸ ਕੇ ਕਹਿਣ ਲੱਗੇ, ਸੁਣਾਓ, ਚੀਨ ਨੂੰ ਤਾਰ ਆਇਓ ਕਿ ਬੋੜ ਆਇਓ? ਮੈਂ ਹੱਥ ਜੋੜੇ ਤੇ ਭੈ ਵਿੱਚ ਹੋ ਕੇ ਕੁਝ ਲਫ਼ਜ਼ ਕਹਿਣ ਹੀ ਲੱਗਾ ਸਾਂ, ਪਰ ਕਹਿ ਨਾ ਸਕਿਆ। ਮੈਨੂੰ ਉਸ ਵੇਲੇ ਜ਼ੁਕਾਮ ਲੱਗਾ ਹੋਇਆ ਸੀ ਤੇ ਨਿੱਛਾਂ ਆ ਰਹੀਆਂ ਸਨ। ਆਪ ਫਿਰ ਬੋਲੇ, ਭਾਈ ਸੁੱਧ ਸਿੰਘ, ਬੋਲਿਆ ਨਹੀਂ ਤੇ ਨਿੱਛਾਂ ਮਾਰੀ ਜਾਂਦਾ ਹੈ। ਸ਼ਾਹਪੁਰੀਆਂ ਨੂੰ ਤਾਂ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ। ਭਾਈ ਸੋਹਣ ਸਿੰਘ ਜੀ ਬੋਲੇ, ਜੀ ਬਿਮਾਰੀ ਤਾਂ ਕੋਈ ਨਹੀਂ, ਜਹਾਜ਼ੋਂ ਉਤਰਨ ਤੇ ਦੇਸ਼ ਵਿੱਚ ਆਉਣ ਕਰਕੇ ਇਸ ਨੂੰ ਜ਼ੁਕਾਮ ਲੱਗ ਗਿਆ ਹੈ। ਫਿਰ ਮੈਂ ਆਖਿਆ, ਜੀ ਆਪਨੇ ਕਿਹਾ ਹੈ ਕਿ ਸ਼ਾਹਪੁਰੀਆਂ ਨੂੰ ਬਿਮਾਰੀ ਨਹੀਂ ਲੱਗਦੀ, ਬਿਮਾਰੀ ਤਾਂ ਸਭ ਨੂੰ ਲੱਗ ਜਾਂਦੀ ਹੈ। ਅੱਗੋਂ ਆਪ ਕਹਿਣ ਲੱਗੇ, ਸ਼ਾਹਪੁਰੀਏ ਤਨ ਨੂੰ ਅਰੋਗ ਰੱਖਣ ਦੇ ਸਾਧਨ ਕਰਨ ਵਿੱਚ ਬੜੇ ਚੇਤਨ ਹਨ। ਗੱਲ ਮੇਰੀ ਸਮਝ ਵਿੱਚ ਨਾ ਆਈ, ਸੋ ਮੁੜ ਪੁੱਛਿਆ, ਜੀ ਉਹ ਕੀ ਸਾਧਨ ਕਰਦੇ ਹਨ? ਕਹਿਣ ਲੱਗੇ, ਉਹਨਾਂ ਦੇ ਸੁਖਮਨੀ ਸਾਹਿਬ ਕੰਠਾਗਰ ਹੁੰਦੀ ਹੈ ਤੇ ਨੇਮ ਨਾਲ ਉਸ ਦਾ ਪਾਠ ਕਰਦੇ ਰਹਿੰਦੇ ਹਨ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਜਿੱਥੇ ਅੰਮ੍ਰਿਤ ਨਾਮ ਹੋਵੇ ਉੱਥੇ ਦੁੱਖ ਕਿਉਂ ਲੱਗੇ? ਅੱਗੋਂ ਮੈਂ ਗਿਆਨੀਆਂ ਵਾਲੀ ਚਤੁਰਾਈ ਨਾਲ ਆਖਿਆ, ਇਹ ਅੰਮ੍ਰਿਤ ਨਾਮ ਤਾਂ ਮਨ ਦੇ ਅਰੋਗ ਰੱਖਣ ਵਾਸਤੇ ਹੈ, ਸਰੀਰ ਤਾਂ ਰੋਗੀ ਹੋਣਾ ਹੀ ਹੋਇਆ। ਆਪ ਨੇ ਹੱਸ ਕੇ ਤੇ ਚੰਗੇ ਬਿਗਸ ਕੇ ਬਚਨ ਕੀਤਾ। ਤਾਂ ਭਾਈ ਸਾਨੂੰ ਠੀਕ ਸਮਝ ਨਹੀਂ ਆਈ ਹੋਣੀ।
ਭਲਾ ਸੁਖਮਨੀ ਸਾਹਿਬ ਜੇ ਤੁਹਾਨੂੰ ਯਾਦ ਹੈ ਤਾਂ ਸ਼ੁਰੂ ਤੋਂ ਪਾਠ ਸੁਣਾਓ। ਮੈਂ ਕਿਹਾ ਜੀ ਯਾਦ ਹੈ ਤੇ ਅਕਸਰ ਪਾਠ ਕਰਦਾ ਰਹਿੰਦਾ ਹਾਂ। ਸੋ ਪਾਠ ਸ਼ੁਰੂ ਕੀਤਾ ਤੇ ਜਦ ਪੜ੍ਹਿਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ, ਤਾਂ ਆਪ ਨੇ ਪੁੱਛਿਆ ਇੱਥੇ ਪਾਠ ਤਨ ਮਾਹੇ? ਮੈਂ ਆਖਿਆ ਜੀ ਪਾਠ ਤਾਂ ਤਨ ਮਾਹੀ ਹੀ ਹੈ। ਆਪ ਨੇ ਬਚਨ ਕੀਤਾ ਫਿਰ ਤਨ ਤਾਂ ਸ਼ਰੀਰ ਹੋਇਆ। ਮੈਂ ਲਾਜਵਾਬ ਹੋ ਗਿਆ। ਕਹਿਣ ਲੱਗੇ ਮਨ ਨੂੰ ਸੁਖ ਤੇ ਸ਼ਾਂਤੀ ਤਾਂ ਇਹ ਬਾਣੀ ਦਿੰਦੀ ਮੰਨੀ ਪਰਮੰਨੀ ਹੈ, ਪਰ ਨਾਲ ਤਨ ਨੂੰ ਵੀ ਅਰੋਗਤਾ ਦਾ ਦਾਨ ਕਰਦੀ ਹੈ। ਤਨ ਮਨ ਦੇ ਅਧੀਨ ਹੈ, ਮਨ ਸੁਖੀ ਹੈ ਤਾਂ ਤਨ ਵੀ ਸੁਖੀ। ਇਹ ਬਾਣੀ ਦੇ ਰਚਨਹਾਰ ਸਤਿਗੁਰੂ ਜੀ ਆਪ ਫਰਮਾ ਰਹੇ ਹਨ। ਜਿਨ੍ਹਾਂ ਦੇ ਇਹ ਬਾਣੀ ਯਾਦ ਹੈ ਤੇ ਦਿਲ ਲਾ ਕੇ ਸੁਰਤ ਨੂੰ ਇਸ ਦੇ ਭਾਵਾਂ ਵਿੱਚ ਜੋੜ ਕੇ ਪਾਠ ਕਰਦੇ ਹਨ, ਉਹ ਨਿਰਸੰਸੇ ਤਨ ਤੇ ਮਨ ਦੇ ਕਲ ਕਲੇਸ਼ ਮਿਟਾ ਲੈਂਦੇ ਹਨ। ਇਉਂ ਆਪ ਨੇ ਉਸ ਵਕਤ ਤਨ ਮਨ ਦੀ ਅਰੋਗਤਾ, ਬਾਣੀ ਦੇ ਪਾਠ ਕਰਨ ਦੇ ਗੁਣ ਤੇ ਆਤਮਿਕ ਸੁਖ ਤੇ ਆਤਮਿਕ ਸੁਖੀ ਹੋਣ ਦੇ ਸਰੀਰ ਦੀ ਅਰੋਗਤਾ ਜੋ ਦੱਸੀ, ਉਹ ਮੈਂ ਲਿਖ ਨਹੀਂ ਸਕਦਾ। ਉਹਨਾਂ ਦੇ ਬਚਨ ਬੜੇ ਪ੍ਰਭਾਵਸ਼ਾਲੀ, ਹਾਸੇ ਰਸ ਮਿਸ਼ਰਤ ਤੇ ਦਿਲ ਨੂੰ ਕੀਲਣ ਵਾਲੇ ਸਨ। ਬਸ ਮੈਂ ਤਾਂ ਸੁਣ ਵਿਸਮੈ ਹੁੰਦਾ ਗਿਆ। ਅੱਧਾ ਪੌਣਾ ਘੰਟਾ ਉਹਨਾਂ ਨੇ ਬਚਨ ਕੀਤੇ। ਮੈਨੂੰ ਉਹਨਾਂ ਦੇ ਬਚਨਾਂ ਦਾ ਉਹ ਸਵਾਦ ਆਇਆ ਕਿ ਪੁਲਕਾਵਲੀ ਆ ਗਈ ਤੇ ਮੇਰਾ ਜ਼ੁਕਾਮ ਸੁੱਕ ਗਿਆ, ਨਿੱਛਾਂ ਖੜੋ ਗਈਆਂ, ਕੋਈ ਅਕਹਿ ਰਸ ਮਾਣਿਆ। ਆਪ ਤਾਂ ਉੱਥੋਂ ਵਾਪਸ ਆਪਣੇ ਵਜ਼ੀਰ ਹਿੰਦ ਪ੍ਰੈਸ ਵਿੱਚ ਆ ਗਏ ਤੇ ਮੈਂ ਵੀ ਪਿੱਛੇ ਦੌੜਦਾ ਛਾਪੇ ਖਾਨੇ ਪਹੁੰਚ ਗਿਆ। ਆਪ ਨੇ ਹੱਸ ਕੇ ਕਿਹਾ ਬੜੀ ਛੇਤੀ ਪਹੁੰਚ ਗਏ ਹੋ। ਮੈਂ ਆਖਿਆ ਜੀ ਆਪ ਦੇ ਬਚਨਾਂ ਨੇ ਮੈਨੂੰ ਅਰੋਗ ਕਰ ਦਿੱਤਾ ਹੈ, ਤਨ ਮਨ ਸੁਖੀ ਹੋ ਗਏ ਹਨ ਤੇ ਸ਼ੁਕਰ ਕਰਦਾ ਉੱਡਦਾ ਆ ਗਿਆ ਹਾਂ। ਆਪ ਨੇ ਆਪਣੇ ਕੋਲ ਕੁਰਸੀ ਤੇ ਬਿਠਾ ਲਿਆ ਤੇ ਹੱਸ ਕੇ ਕਿਹਾ ਜੇ ਮੇਰੀਆਂ ਗੱਲਾਂ ਦੇ ਨਾਲ ਸੁਖ ਹੁੰਦਾ ਹੋਵੇ ਤਾਂ ਹਸਪਤਾਲ ਦੇ ਦਵਾਈਖਾਨੇ ਹੀ ਬੰਦ ਹੋ ਜਾਣ। ਮੈਂ ਬਿਨੈ ਕੀਤੀ ਕਿ ਜੇ ਸੱਚਮੁੱਚ ਹੀ ਗੁਰਬਾਣੀ ਦੇ ਹੁਕਮ ਅਮਲੀ ਤੌਰ ਤੇ ਮੰਨ ਲਈਏ ਤੇ ਵਰਤੋਂ ਵਿੱਚ ਆ ਜਾਣ ਜਿਵੇਂ ਕਿ ਆਪ ਨੇ ਬਚਨ ਕੀਤੇ ਹਨ, ਤਾਂ ਫਿਰ ਕੋਈ ਬਿਮਾਰੀ ਨਾ ਰਹੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਫਿਰ ਨਿਰਸੰਸੇ ਹਕੀਮਾਂ ਤੇ ਡਾਕਟਰਾਂ ਦੀ ਲੋੜ ਨਾ ਰਹੇ। ਫਿਰ ਮੇਰੇ ਨਾਮ ਪਰ ਆਪ ਨੇ ਫਰਮਾਇਆ ਭਾਈ ਸੁੱਧ ਸਿੰਘ ਨਾਮ ਬੜਾ ਸੋਹਣਾ ਹੈ। ਸੁੱਧ ਦਾ ਭਾਵ ਹੈ ਸੁੱਚਾ, ਨਿਰਮਲ। ਇਸ ਨੂੰ ਸਫਲ ਕਰਨਾ ਚਾਹੀਦਾ ਹੈ। ਮੈਂ ਬਿਨੈ ਕੀਤੀ ਜੀ ਨਾਮ ਤਾਂ ਠੀਕ ਸੁੱਧ ਸਿੰਘ ਹੈ, ਪਰ ਮਨ ਮੈਲਾ ਹੈ। ਮਨ ਵਿੱਚ ਵਿਕਾਰ ਤੇ ਵਾਸ਼ਨਾ ਗਲਬਾ ਪਾਈ ਰੱਖਦੀਆਂ ਹਨ। ਆਪ ਕਹਿਣ ਲੱਗੇ ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਵਿਕਾਰ, ਬਿਨ ਸੰਗਤ ਇਉਂ ਮਾਨਈ ਹੋਏ ਗਈ ਭਟ ਛਾਰ। ਸਤਸੰਗਤ ਨਾਲ ਪਵਿੱਤਰ ਹੋ ਜਾਈਦਾ ਹੈ। ਸੁੱਧ ਨੂੰ ਖੋਟੀ ਸੰਗਤ ਕਰਦੀ ਹੈ ਮੈਲਿਆਂ। ਨਿਰਮਲ ਬੂੰਦ ਅਸਮਾਨੋਂ ਉਤਰੀ ਧਰਤੀ ਵਿੱਚ ਪਈ, ਇੱਥੇ ਮੈਲ ਲੱਗ ਗਈ। ਜਦੋਂ ਫੇਰ ਸੂਰਜ ਦੀ ਸੰਗਤ ਮਿਲੀ ਉਸਨੇ ਨਿਰਮਲ ਕਰ ਲਈ। ਮੈਲਾਂ ਕੁਚੈਲਾਂ ਸਭ ਥੱਲੇ ਰਹਿ ਗਈਆਂ। ਇਸ ਤਰ੍ਹਾਂ ਹੋਰ ਬੜੇ ਸਿੱਖਿਆਦਾਇਕ ਬਚਨ ਹੋਏ ਜੋ ਭਾਵੇਂ ਯਾਦ ਨਹੀਂ ਰਹੇ ਪਰ ਅਨੁਭਵ ਵਿੱਚ ਵਸਦੇ ਹਨ ਤੇ ਸੁਖ ਦਿੰਦੇ ਹਨ। ਮੈਂ ਹੈਰਾਨ ਰਹਿ ਗਿਆ ਕਿ ਇਸ ਜਵਾਨ ਅਵਸਥਾ ਵਿੱਚ ਆਪ ਦਾ ਮੁਤਾਲਿਆ ਤੇ ਗਿਆਨ ਕਿੰਨਾ ਮਹਾਨ ਹੈ। ਗੁਰਮਤ ਸੰਬੰਧੀ ਵਾਕਫੀ ਤੇ ਗੁਰਬਾਣੀ ਦੇ ਮਰਮਾਂ ਦੀ ਸੂਝ-ਬੂਝ ਕਮਾਲ ਤੇ ਹੈ। ਫਿਰ ਪੰਥਕ ਬੇਹਤਰੀ ਦੇ ਨਿੱਕੇ ਨਿੱਕੇ ਕੰਮਾਂ ਵਿੱਚ ਡੂੰਘੀ ਦਿਲਚਸਪੀ ਲੈ ਰਹੇ ਹਨ। ਯਤੀਮਖਾਨਾ ਆਪ ਦੇ ਦਿਮਾਗ ਦੀ ਹੀ ਸਿਰਜਣਾ ਹੈ ਤੇ ਆਪ ਨੂੰ ਅਤ ਦਾ ਪਿਆਰਾ ਹੈ। ਇਸੇ ਲਈ ਇੱਥੇ ਰੋਜ਼ ਹਾਜ਼ਰੀ ਭਰਦੇ ਤੇ ਬੱਚਿਆਂ ਦੀ ਰੱਖ-ਪੋਖ ਦੀ ਦੇਖਭਾਲ ਆਪ ਕਰਦੇ ਹਨ। ਭਾਈ ਸਾਹਿਬ ਜੀ ਦੀ ਰਚਨਾ ਤੇ ਖਾਲਸਾ ਸਮਾਚਾਰ ਦੇ ਲੇਖਾਂ ਤੋਂ ਜੋ ਆਪ ਨੇ ਆਤਮ ਰਸ ਮਾਣਿਆ ਸੀ, ਚਾਹੁੰਦੇ ਸੀ ਕਿ ਹਰ ਘਰ ਵਿੱਚ ਇਹ ਜੀਵਨ ਦਾਤਾ ਸਾਹਿਤ ਤੇ ਅਖਬਾਰ ਪਹੁੰਚੇ। ਜਿੰਨੇ ਜੀਵਨ ਵੱਧ ਤੋਂ ਵੱਧ ਇਸ ਜੀਵਨ ਜਗਾਊ ਸਾਹਿਤ ਨਾਲ ਸੁਧਰਨ, ਉਤਨਾ ਜਗਤ ਦਾ ਸੁਖ ਵਧੇ ਤੇ ਦੁੱਖ ਘਟੇ। ਇਹੀ ਕਾਰਨ ਸੀ ਕਿ ਉਹ ਜਿੱਥੇ ਜਾਂਦੇ ਭਾਈ ਸਾਹਿਬ ਜੀ ਦੀਆਂ ਰਚਨਾਵਾਂ ਆਪਣੇ ਪਾਸੋਂ ਵੰਡਦੇ ਤੇ ਅਖਬਾਰ ਘਰਾਂ ਵਿੱਚ ਜਾਰੀ ਕਰਾ ਦਿੰਦੇ। ਜੋ ਪ੍ਰੇਮੀ ਚੰਦਾ ਨਹੀਂ ਸੀ ਦੇ ਸਕਦਾ ਪਰ ਸ਼ੌਕ ਰੱਖਦਾ ਸੀ, ਉਸਦਾ ਚੰਦਾ ਕੋਲੋਂ ਦੇ ਕੇ ਵੀ ਜਾਰੀ ਕਰ ਦਿੰਦੇ। ਕਿਸੇ ਵੇਲੇ ਇਹ ਵੇਖ ਕੇ ਕਿ ਖਾਲਸਾ ਸਮਾਚਾਰ ਹਰ ਸਾਲ ਘਾਟੇ ਵਿੱਚ ਚੱਲ ਰਿਹਾ ਹੈ
ਤਾਂ ਆਪ ਨੇ ਉਦਮ ਕਰਕੇ ਇਸ ਦੇ ਪੱਕੇ ਗ੍ਰਾਹਕ ਬਣਾਉਣ ਦਾ ਬੀੜਾ ਉਠਾਇਆ ਕਿ ਪੱਕੇ ਗ੍ਰਾਹਕਾਂ ਦਾ ਚੰਦਾ ਬੈਂਕ ਵਿੱਚ ਜਮ੍ਹਾਂ ਹੋਵੇ ਤੇ ਹਰ ਸਾਲ ਇਸ ਦਾ ਵਿਆਜ ਸਮਾਚਾਰ ਨੂੰ ਮਿਲਦਾ ਰਹੇ। ਕੀਰਤਨ ਵੇਲੇ ਸੰਗਤਾਂ ਵੱਲੋਂ ਆਈ ਮਾਇਆ ਜਥੇ ਵਿੱਚ ਨੀਅਤ ਵੰਡ ਅਨੁਸਾਰ ਵੰਡ ਦਿੰਦੇ। ਇਹ ਸੀ ਆਦਰਸ਼ਕ ਕੀਰਤਨੀਏ ਦਾ ਸਰੂਪ, ਜਿਸ ਬਾਰੇ ਪੰਚਮ ਪਾਤਸ਼ਾਹ ਜੀ ਨੇ ਕੀਰਤਨੀਏ ਦਾ ਆਦਰਸ਼ ਰਾਮਕਲੀ ਰਾਗ ਦੇ ਇੱਕ ਸ਼ਬਦ ਵਿੱਚ ਨਿਰੂਪਣ ਕਰਦਿਆਂ ਉਸ ਨੂੰ ਭਲੋ ਭਲੋ ਰੇ ਕੀਰਤਨੀਏ ਦਾ ਸਨਮਾਨ ਬਖਸ਼ਿਆ ਹੈ। ਇਹ ਸੀ ਭਾਈ ਸਾਹਿਬ ਜੀ ਦੀ ਸੰਗਤ ਦਾ ਫਲ। ਉਹਨਾਂ ਦੇ ਜੀਵਨ ਦੇ ਕਈ ਬੜੇ ਦਿਲਾਂ ਤੇ ਅਸਰ ਕਰਨ ਵਾਲੇ ਵਾਕਿਆਤ ਹਨ ਜੋ ਉਹਨਾਂ ਦੀ ਫਕੀਰੀ ਤਬਾਹ ਦੇ ਤੇ ਪੰਥਕ ਕਾਰਜਾਂ ਲਈ ਚੋਟੀ ਦੀ ਕੁਰਬਾਨੀ ਦੇ ਹਨ। ਸ਼ਾਹਪੁਰ ਖਾਲਸਾ ਸਕੂਲ ਦੀ ਇਮਾਰਤ ਲਈ ਇੱਟਾਂ ਦਾ ਰੁਪਈਆ ਤਾਰਨ ਲਈ ਆਪਣਾ ਮਕਾਨ ਚੁੱਪਚਾਪ ਬੈਂਕ ਕੋਲ ਗਹਿਣੇ ਰੱਖ ਕੇ 10,000 ਭੱਠੇ ਵਾਲਿਆਂ ਨੂੰ ਦੇ ਕੇ ਆਪ ਬਿਨਾਂ ਕਿਸੇ ਨੂੰ ਖਬਰ ਦਿੱਤੇ ਦੇ ਬਰਮਾ ਨੂੰ ਟੁਰ ਗਏ ਕਿ ਉੱਥੋਂ ਹੋਰ ਉਗਰਾਈ ਸਕੂਲ ਲਈ ਕਰਕੇ ਲਿਆਈਏ। ਪਾਕਿਸਤਾਨ ਬਣਨ ਵੇਲੇ ਪਹਿਲੇ ਪਟਿਆਲੇ ਆ ਕੇ ਵਸੇ, ਫਿਰ ਦਿੱਲੀ ਆਪਣੇ 2 ਘਰ ਬਣਾਏ। ਚੜ੍ਹਾਈ ਕਰਨ ਤੋਂ ਪਹਿਲੇ ਇੱਕ ਘਰ ਵੇਚ ਕੇ ਭਾਈ ਵੀਰ ਸਿੰਘ ਸਾਹਿਤਯ ਸਦਨ ਨੂੰ 10,000 ਰੁਪਇਆ ਨਕਦ ਭੇਟਾ ਕਰ ਗਏ। 90 ਸਾਲ ਦਾ ਉਜਲ ਹੰਸ ਜੀਵਨ ਗੁਰੂ ਕੀਰਤੀ ਤੇ ਪੰਥ ਸੇਵਾ ਵਿੱਚ ਸਫਲਾ ਕੇ 13 ਨਵੰਬਰ 1972 ਨੂੰ ਚੋਲਾ ਛੱਡ ਕੇ ਸਤਿਗੁਰੂ ਦੇ ਦੇਸ਼ ਜਾ ਵਸੇ। ਇਹ ਹੈ ਭਾਈ ਸੁੱਧ ਸਿੰਘ ਜੀ ਦੀ ਭਾਈ ਸਾਹਿਬ ਜੀ ਨਾਲ ਪਹਿਲੀ ਭੇਟ ਦਾ ਵਰਣਨ, ਤੇ ਉਹ ਵੀ ਉਹਨਾਂ ਦੀ ਆਪਣੀ ਲਿਖਤ ਵਿੱਚ। ਫਿਰ ਸਾਰੀ ਆਯੂ ਆਪ ਭਾਈ ਸਾਹਿਬ ਜੀ ਨੂੰ ਮਿਲਦੇ ਗਿਲਦੇ ਤੇ ਉਹਨਾਂ ਦੇ ਸਤਸੰਗ ਤੋਂ ਲਾਭ ਉਠਾਉਂਦੇ ਰਹੇ ਤੇ ਉਹਨਾਂ ਸਿਫਤਾਂ ਤੇ ਗੁਣਾਂ ਦੇ ਮਾਲਕ ਹੋ ਗਏ ਜੋ ਅਸਾਂ ਇਸ ਲੇਖ ਦੇ ਆਰੰਭ ਵਿੱਚ ਲਿਖੀਆਂ ਹਨ। ਸਾਰੀ ਆਯੂ ਪੰਥ ਵਿੱਚ ਥਾਂ ਪਰ ਥਾਂ ਫਿਰ ਕੇ ਗੁਰੂ ਨਾਨਕ ਸੋਹਿਲੇ ਦੇ ਗੀਤ ਗਾਏ ਤੇ ਸਰੋਤਾਂ ਸੁਰਤਾਂ ਨੂੰ ਇਕਾਗਰ ਕਰ ਕਰ ਗੁਰੂ ਚਰਨਾਂ ਨਾਲ ਜੋੜਿਆ। ਮਾਇਆ ਵੱਲੋਂ ਨਿਰਲੋਭ ਰਹੇ। ਨਮੂਨੇ ਮਾਤਰ ਇੱਕ ਵਾਕਿਆ ਇੱਥੇ ਲਿਖਦੇ ਹਾਂ। ਗਿਆਨੀ ਜੈ ਸਿੰਘ ਜੀ ਵਿਜੇਨਗਰ ਦਿੱਲੀ ਵਾਲੇ ਆਪਣੇ ਇੱਕ ਲੇਖ ਵਿੱਚ ਲਿਖਦੇ ਹਨ, ਹੋਤੀ ਮਰਦਾਨ ਦੇ ਪੰਚਾਇਤੀ ਗੁਰਦੁਆਰੇ ਦੇ ਮੁਖੀ ਸਰਦਾਰ ਅਮਰੀਕ ਸਿੰਘ ਜੀ ਨੇ ਪੋਹ ਸੁਦੀ ਸਪਤਮੀ ਦੇ ਗੁਰਪੁਰਬ ਤੋਂ 5-6 ਮਹੀਨੇ ਪਹਿਲੇ ਇੱਕ ਨਾਮੀ ਰਾਗੀ ਜਥੇ ਨੂੰ ਪੱਤਰਕਾ ਲਿਖੀ ਸੀ ਕਿ ਤੁਸੀਂ ਗੁਰਪੁਰਬ ਤੇ ਸਾਡੇ ਕੋਲ ਆਓ ਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰੋ। ਪਹਿਲਾਂ ਤਾਂ ਕੁਝ ਚਿਰ ਉੱਤਰ ਨਾ ਆਇਆ। ਫਿਰ ਗੁਰਪੁਰਬ ਦੇ ਨੇੜੇ ਉਹਨਾਂ ਦਾ ਉੱਤਰ ਆਇਆ ਕਿ ਅਸੀਂ 500 ਸ਼ਬਦ ਭੇਟ ਲਵਾਂਗੇ ਤੇ ਆਉਣ ਜਾਣ ਦਾ ਫਸਟ ਕਲਾਸ ਦਾ ਜਥੇ ਦਾ ਕਿਰਾਇਆ, ਜੇ ਤੁਹਾਡੀ ਮਰਜ਼ੀ ਹੋਵੇ ਤਾਂ ਕਿਰਾਇਆ ਭੇਜ ਦੇਣਾ। ਪਰ ਸਰਦਾਰ ਜੀ ਨੂੰ ਇਹ ਗੱਲ ਚੰਗੀ ਨਾ ਲੱਗੀ ਤੇ ਉਹਨਾਂ ਨੇ ਕਿਰਾਇਆ ਭੇਜਣ ਦਾ ਖਿਆਲ ਛੱਡ ਦਿੱਤਾ। ਕੁਝ ਸੋਚ ਵਿਚਾਰ ਤੋਂ ਬਾਅਦ ਸਰਦਾਰ ਜੀ ਨੇ ਭਾਈ ਸੁੱਧ ਸਿੰਘ ਜੀ ਨੂੰ ਸਰਗੋਦੇ ਪੱਤਰਕਾ ਲਿਖੀ ਤੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਐਤਕੀ ਸਪਤਮੀ ਇੱਥੇ ਮਨਾਓ। ਨਾਲ ਹੀ ਬੜੇ ਸੁਲਝੇ ਹੋਏ ਸ਼ਬਦਾਂ ਵਿੱਚ ਇਸ਼ਾਰੇ ਮਾਤਰ ਸ਼ਬਦ ਭੇਟ ਲਈ ਵੀ ਪੁੱਛ ਲਿਆ। ਸਰਦਾਰ ਜੀ ਦਾ ਇਹ ਪੱਤਰ ਭਾਈ ਸੁੱਧ ਸਿੰਘ ਜੀ ਨੂੰ ਜਿਸ ਵੇਲੇ ਮਿਲਿਆ ਉਸੇ ਵੇਲੇ ਉਹਨਾਂ ਵਾਪਸੀ ਡਾਕ ਉੱਤਰ ਦੇ ਦਿੱਤਾ ਤੇ ਲਿਖ ਘੱਲਿਆ, ਸਪਤਮੀ ਤੁਹਾਡੀ ਹੋ ਗਈ, ਅਸੀਂ ਮਰਦਾਨ ਆਵਾਂਗੇ, ਗੁਰੂ ਬਾਬੇ ਦਾ ਕੀਰਤਨ ਤੇ ਸ਼ਬਦ ਸੁਹੇਲਾ ਕਰਾਂਗੇ। ਪਰ ਸ਼ਬਦ ਭੇਟ ਬਾਬਤ ਜੋ ਤੁਸਾਂ ਪੁੱਛ ਭੇਜਿਆ ਹੈ ਇਹ ਅਸਾਂ ਕਦੇ ਕਿਸੇ ਨੂੰ ਨਹੀਂ ਲਿਖੀ ਤੇ ਨਾ ਹੀ ਕਦੇ ਚੁਕਾਵਾ ਕੀਤਾ ਹੈ। ਅਸੀਂ ਹਾਂ ਗੁਰੂ ਦੇ ਢਾਡੀ ਤੇ ਕੀਰਤਨ ਕਰਨਾ ਹੈ ਗੁਰੂ ਨਾਨਕ ਦੀ ਬਾਣੀ ਦਾ। ਸੋ ਅਸੀਂ ਆਵਾਂਗੇ ਤੇ ਸਤਿਗੁਰੂ ਜੀ ਦਾ ਮਹਾਨ ਗੁਰਪੁਰਬ ਤੁਹਾਡੇ ਨਾਲ ਮਿਲ ਕੇ ਮਨਾਵਾਂਗੇ। ਸ਼ਬਦ ਭੇਟ ਜੋ ਤੁਸੀਂ ਦੇਵੋਗੇ ਅਸੀਂ ਸ਼ਬਦ ਦੀ ਭੇਟਾ ਜਾਣ ਕੇ ਸਿਰ ਮੱਥੇ ਝੋਲੀ ਪਵਾਵਾਂਗੇ। ਅਸੀਂ ਉਸ ਥੋੜੇ ਨੂੰ ਲੱਖ ਸਮਝਾਂਗੇ ਕਿਉਂਕਿ ਉਹ ਸਾਡੀ ਨਹੀਂ ਪਰ ਸ਼ਬਦ ਦੀ ਭੇਟ ਹੋਵੇਗੀ। ਭਾਈ ਸਾਹਿਬ ਦੀ ਇਸ ਲਿਖਤ ਦਾ ਸਾਡੇ ਸਾਰਿਆਂ ਦੇ ਦਿਲਾਂ ਤੇ ਬੜਾ ਪ੍ਰਭਾਵ ਪਿਆ ਤੇ ਸਭ ਦੇ ਮਨਾਂ ਵਿੱਚ ਭਾਈ ਸਾਹਿਬ ਦਾ ਸਤਿਕਾਰ ਘਰ ਕਰ ਗਿਆ। ਭਾਈ ਸੁੱਧ ਸਿੰਘ ਜੀ ਮਰਦਾਨ ਆਏ ਤੇ ਉਹਨਾਂ ਦੀ ਕਰਨੀ ਅਤੇ ਕਥਨੀ ਦਾ ਪ੍ਰਭਾਵ ਸਾਰੇ ਪਾਸੇ ਪਿਆ ਅਤੇ ਇਸ ਫੇਰੀ ਵਿੱਚ ਕਈ ਪੁਸਤਕਾਂ ਭਾਈ ਸਾਹਿਬ ਜੀ ਰਚਿਤ ਆਪਣੇ ਕੋਲੋਂ ਵੰਡ ਆਏ। ਖਾਲਸਾ ਸਮਾਚਾਰ ਜਾਰੀ ਕਰਾਏ। ਸੂਰਜ ਪ੍ਰਕਾਸ਼ ਦੀਆਂ 4 ਜਿਲਦਾਂ ਦੇ ਅਰਦਾਸੇ ਵੱਖ-ਵੱਖ ਪ੍ਰੇਮੀਆਂ ਵੱਲੋਂ ਹੋ ਗਏ। ਕਈਆਂ ਦੇ ਜੀਵਨ ਸੁਧਰ ਗਏ। ਸਪਤਮੀ ਤੋਂ ਪਿੱਛੇ ਮਰਦਾਨੇ ਦੇ ਸਾਰੇ ਗੁਰਦੁਆਰਿਆਂ ਵਿੱਚ ਪ੍ਰੇਮੀ ਦੀਆਂ ਮੰਗਾਂ ਤੇ 2-2, 3-3 ਕੀਰਤਨ ਕੀਤੇ ਤੇ ਇਉਂ ਆਪ ਨੇ 15-20 ਦਿਨ ਮਰਦਾਨ ਵਿੱਚ ਕਲਗੀਆਂ ਵਾਲੇ ਦਾ ਪ੍ਰਚਾਰ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।